ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਵਾਹਿਗੁਰੂ ਸਾਹਿਬ ਜੀਓ। ਸੋਰਠਾ ਅਮਰ ਕਰਹਿ ਜਗ ਮਾਹੀ
ਨਿਤ ਸਹਾਇਤਾ ਲਹਿ ਅਮਰ ਅਮਰ ਕਰੇ ਜਨ ਜਾਹੇ ਅਮਰ ਨਾਮ ਦੇ ਗੁਰ ਅਮਰ ਅਮਰ ਕਰਹਿ ਜਗ ਮਾਹੇ ਨਿਤ ਸਹਾਇਤਾ ਲਹਿ ਅਮਰ ਅਮਰ ਕਰੇ ਜਨ ਮਾ ਜਾਹੇ ਅਮਰ ਨਾਮ ਦੇ ਗੁਰ ਅਮਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਇਆ ਨਿਧ ਗੁਰੂ ਗਰੀਬ ਨਵਾਜ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਦਾਨ। ਧੰਨ 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 ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਕੀਰਤ ਸ਼ਰਵਣ ਕਰਨ ਵਾਸਤੇ ਆਪ ਮਾਈ ਭਾਈ ਸੰਗਤਾਂ ਨਿਤਾ ਪ੍ਰਤੀ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਪਾਵਨ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕਰਕੇ ਮਹਾਰਾਜ ਦੇ ਦਰ ਘਰ ਦੀ ਅੰਮ੍ਰਿਤ ਰੂਪ ਗਾਥਾ ਦਾ ਆਨੰਦ ਮਾਣਦੇ ਹੋ। ਜਥਾ ਕੱਲ ਦੇ ਦੀਵਾਨ ਵਿੱਚ ਪ੍ਰਸੰਗ ਆਪਾਂ ਸੁਣਿਆ ਵਿਚਾਰਿਆ ਜੋ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਸੂਰਜ ਪ੍ਰਕਾਸ਼ ਜਾਂ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਇਹਦੀ ਪਹਿਲੀ ਰਾਸ ਵਿੱਚ ਧੰਨ ਗੁਰੂ ਅੰਗਦ ਦੇਵ ਜੀ, ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਅੰਕਿਤ ਕੀਤਾ ਹੈ। ਔਰ ਦੂਸਰੀ ਰਾਸ ਜਿਹੜੀ ਹੈ ਕੱਲ ਦੇ ਦੀਵਾਨ ਵਿੱਚ ਪ੍ਰਾਰੰਭ ਹੋਈ ਹੈ, ਜਿਹਦੇ ਵਿੱਚ ਆਪਾਂ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਪ੍ਰਸੰਗ ਸ਼ਰਵਣ ਕੀਤਾ ਹੈ। ਹਰੇਕ ਰਾਸ ਦੇ ਪਹਿਲੇ ਜਿਵੇਂ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ 10 ਪਾਤਸ਼ਾਹੀਆਂ ਦੇ ਮੰਗਲ ਕਰਦੇ ਹੈ, 2 ਮੰਗਲ ਔਰ 1 ਬਿਨੇ ਮੰਗਲ ਬੇਨਤੀ ਪੂਰਵਕ ਮੰਗਲ ਆਪਾਂ ਕੱਲ ਦੇ ਦੀਵਾਨ ਵਿੱਚ ਸੁਣੇ ਆ, ਵਿਚਾਰਿਆ, ਪੜ੍ਹਿਆ ਹੈ। ਔਰ ਫਿਰ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਸੋਭਾ ਇਉਂ ਸੁਣੀ ਹੈ ਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗੁਰੂ ਅਮਰਦੇਵ ਜੀ ਮਹਾਰਾਜ ਗੁਰੂ ਗਰੀਬ ਨਵਾਜ ਸੱਚਖੰਡ ਬਿਆਨਾ ਕੀਤੇ ਹੈ, ਪਿੱਛੇ ਜੋ ਕਿਰਿਆ ਮਰਿਆਦਾ ਗੁਰੂ ਅਮਰਦਾਸ ਮਹਾਰਾਜ ਦੱਸ ਕੇ ਗਏ ਸਨ, ਸਿੱਖਾਂ ਨੇ ਉਸੇ ਤਰ੍ਹਾਂ ਹੀ ਮਹਾਰਾਜ ਦਾ ਉਹ ਅੰਤਮ ਕੌਤਕ ਕਿਰਿਆ ਕੀਤਾ। ਔਰ ਫਿਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਸਮੇਤ ਜਿੱਥੇ ਮਹਾਰਾਜ ਦਾ ਅੰਤਮ ਸੰਸਕਾਰ ਹੋਇਆ ਬਿਆਸ ਦਰਿਆ ਦੇ ਕੰਢੇ, ਉੱਥੇ ਜਾ ਨੇਤਰਾਂ 'ਚੋਂ ਜਲ ਕੇਰਦੇ ਹੈ। ਹੋਰ ਸਿੱਖਾਂ ਦੇ ਵੀ ਨੇਤਰਾਂ 'ਚ ਜਲ ਹੈ। ਮਹਾਨ ਤਤ ਬੇਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹ ਬੋਲੇ ਹੈ ਕਿ ਮਹਾਰਾਜ ਦਾ ਹੁਕਮ ਮੰਨੋ, ਮਹਾਰਾਜ ਦਾ ਹੁਕਮ ਮੋੜਨੇ ਯੋਗ ਨਹੀਂ ਹੈ। ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਇਹ ਮਹਾਰਾਜ ਜੀ ਕਹਿ ਕੇ ਗਏ ਹੈ।
ਤੋ ਬਾਬਾ ਬੁੱਢਾ ਸਾਹਿਬ ਜੀਆਂ ਦੀਆਂ ਹਦਾਇਤ ਸੁਣ ਕੇ ਸਾਰਿਆਂ ਹੀ ਜਿਹੜਾ ਵਾ ਉਹ ਨੇਤਰ ਨਮ ਕਰਨ ਨੂੰ ਸੰਕੋਚ ਕੀਤਾ ਹੈ। ਇਸ ਤੋਂ ਬਾਅਦ ਸੰਗਤਾਂ ਬਹੁਤ ਭਾਰੀ ਮਾਤਰਾ ਵਿੱਚ ਦੁਸਹਿਰਾ ਗੁਰੂ ਰਾਮ ਅਮਰਦਾਸ ਮਹਾਰਾਜ ਦਾ ਜਾਣ ਕਰਕੇ ਗੋਇੰਦਵਾਲ ਸਾਹਿਬ ਆਣ ਕੇ ਜੁੜਦੀਆਂ। ਸਭ ਸੰਗਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਪਈਆਂ। ਨਾਨਾ ਤਰ੍ਹਾਂ ਦੀਆਂ ਪਾਇਨ ਭੇਟਾਵਾਂ ਲਿਆ ਕੇ ਗੁਰੂ ਗਰੀਬ ਨਵਾਜ ਦੇ ਚਰਨੀ ਰੱਖ ਰਹੇ ਹੈ। ਇਧਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਮਨ ਵਿੱਚ ਵਿਚਾਰਦੇ ਹੈ ਵੀ ਬੜੇ ਸਤਿਕਾਰਯੋਗ ਹਨ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਸਾਡੇ ਸੰਬੰਧੀ ਸਾਥੋਂ ਵੱਡੇ ਹੈ, ਭਾਈ ਰਾਮਾ ਜੀ ਵਰਗੇ, ਤੇ ਉਹਨਾਂ ਦੇ ਮਨ ਵਿੱਚ ਕਿਵੇਂ ਗੱਲ ਅਣਬਣ ਬਣਦੀ ਹੋਵੇਗੀ ਜਦੋਂ ਗੁਰੂ ਅਮਰਦਾਸ ਮਹਾਰਾਜ ਦੀ ਥਾਵੇਂ ਸਾਰੀਆਂ ਸੰਗਤਾਂ ਸਾਡੇ ਚਰਨੀ ਹੱਥ ਲਾਉਂਦੀਆਂ। ਤੋ ਇਹ ਗੱਲ ਯੋਗ ਨਾ ਜਾਣ ਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੱਕ ਕਮਰੇ ਵਿੱਚ ਜਾ ਬਿਰਾਜੇ ਬੈਠੇ ਹੈ, ਸੁਭਾਏਮਾਨ ਹੋਏ ਹੈ ਤੇ ਬਾਹਰ ਨਹੀਂ ਆ ਰਹੇ। ਕਿੰਨੇ ਦਿਨ ਹੀ ਬਤੀਤ ਹੋ ਗਏ ਹੈ। ਗੁਰੂ ਅਮਰਦਾਸ ਮਹਾਰਾਜ ਦੇ ਵਿਜੋਗ ਵਿੱਚ ਹਾਲਤ ਐਸੀ ਬਣੀ ਹੈ, ਜੇ ਬੈਠੇ ਹੈ ਤੇ ਬੈਠੇ ਹੀ ਰਹਿੰਦੇ ਹੈ, ਜੇ ਖੜ ਜਾਂਦੇ ਹੈ ਖੜੇ ਹੀ ਰਹਿੰਦੇ ਹੈ। ਜੇਕਰ ਸ਼੍ਰੀ ਰਾਮਦਾਸ ਜੀ ਇੱਕ ਪਾਸੇ ਤਰਫ ਦੇਖਦੇ ਉਧਰ ਦੇਖੀ ਜਾਂਦੇ ਹੈ, ਜੇ ਨੇਤਰ ਮੂੰਦ ਕੇ ਬਰਾਜ ਜਾਂਦੇ ਆ ਫਿਰ ਪੈ ਹੀ ਰਹਿੰਦੇ ਹੈ। ਇਸ ਤਰ੍ਹਾਂ ਬੋਲਦੇ ਕਿਸੇ ਨਾਲ ਨਹੀਂ। ਇਹ ਸ਼ਬਦ ਮੁਖੋਂ ਕਈ ਵਾਰੀ ਵਿਰਾਗ ਵਿੱਚ ਉਚਾਰਦੇ ਹੈ, ਬੇਅੰਤ ਬਾਣੀ ਉਚਾਰਦੇ ਹੈ ਵਿਰਾਗ ਬਈ ਜੋ ਮੈਂ ਨੀਰ ਵਹੇ ਵਹਿ ਚੱਲੇ ਜੀਓ। ਇਸ ਤੋਂ ਬਾਅਦ ਇੱਕ ਮਿਲ ਮੇਰੇ ਪ੍ਰੀਤਮਾ ਤੁਧ ਬਿਨ ਖਰੀ ਨਿਮਾਣੀ। ਐਸੇ ਸ਼ਬਦ ਜਿਹੜੇ ਉਚਾਰਦੇ ਹੈ। ਇਹ ਆਪਾਂ ਪ੍ਰਸੰਗ ਕੱਲ੍ਹ ਸੁਣਿਆ, ਕੋਈ ਪ੍ਰਸੰਗ ਰਹਿੰਦਾ ਹੈ ਉਹ ਅੱਜ ਸੁਣੀਏ ਜੀ। ਜਿਵੇਂ ਕਵੀ ਜੀ ਮੰਗਲ ਵਿੱਚ 10 ਪਾਤਸ਼ਾਹੀਆਂ ਦੀ ਮਹਿਮਾ ਕਰਦੇ, ਨਾਲ ਨਾਲ ਆਪਾਂ ਕੁਝ ਕੁ ਮੰਗਲ ਵਿਚਾਰ ਲਈਏ। ਚਿੱਤ ਬਿਰਤੀ ਇਕਾਗਰ ਕਰੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਹਿਰਦੇ ਵਸਾਓ। ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਅਮਰ ਕਰਹਿ ਜਗ ਮਾਹੀ। ਉਹ ਕਵੀ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਮੰਗਲ ਕਰਦੇ ਹੈ। ਜਿਹੜੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਨ, ਅਮਰ ਕਰਹਿ ਜਗ ਮਾਹੀ। ਉਹ ਸੰਸਾਰ ਦੇ ਵਿੱਚ ਅਮਰ ਨਾਮ ਹੁਕਮ ਦਾ ਹੈ। ਸਾਰਾ ਸੰਸਾਰ ਵਿੱਚ ਜੋ ਹੁਕਮ ਚੱਲ ਰਿਹਾ ਹੈ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਹੈ। ਭਾਵ ਕਿ ਗੁਰੂ ਅਮਰਦਾਸ ਮਹਾਰਾਜ ਜੀ ਪਰਮੇਸ਼ਰ ਹਨ। ਪਰਮੇਸ਼ਰ ਸਰੂਪ ਗੁਰੂ ਅਮਰਦਾਸ ਜੀ ਹਨ, ਜਿਨ੍ਹਾਂ ਦਾ ਸਾਰੇ ਸੰਸਾਰ ਵਿੱਚ ਹੁਕਮ ਚੱਲਦਾ ਹੈ। ਨਿਤ ਸਹਾਇਤਾ ਲਹਿ ਅਮਰ। ਜਿਨ੍ਹਾਂ ਦੀ ਸਹਾਇਤਾ ਮੁਕਤੀ ਵਾਸਤੇ ਨਿਤਾ ਪ੍ਰਤੀ ਲੈਂਦੇ ਹੈ ਜਾਂ ਲੋਚਦੇ ਹੈ। ਅਮਰ ਕਹੀਏ ਦੇਵਤੇ, ਦੇਵਤੇ ਵੀ ਜਿਨ੍ਹਾਂ ਦੀ ਸਹਾਇਤਾ ਮੁਕਤੀਆਂ ਜੁਗਤੀਆਂ ਵਾਸਤੇ ਲੋੜਦੇ ਹੈ, ਪੂਜਦੇ ਹਨ। ਅਮਰ ਕਰੇ ਜਨ ਜਾਹੇ। ਤੇ ਜਾਹੇ ਕਹੀਏ ਜਿਨ੍ਹਾਂ ਨੇ ਜਿਹੜੇ ਆਪਣੇ ਜਨ ਸੇਵਕ ਹੈ ਉਹ ਅਮਰ ਕਰ ਦਿੱਤੇ। ਅਮਰ ਦਾ ਇੱਥੇ ਅਰਥ ਕਰਨਾ ਅਰਹਿਤ ਮਰ ਮ੍ਰਿਤਿਉ ਤੋਂ। ਜਿੰਨੇ ਵਾਰੀ ਅਮਰ ਆਇਆ ਪੰਜੇ ਵਾਰੀ ਵੱਖੋ ਵੱਖਰੇ ਦੇ ਅਰਥ ਹੈ। ਤੋਂ ਮਰਨ ਮ੍ਰਿਤਿਉ ਤੋਂ ਅਰਹਿਤ ਕਰ ਦਿੱਤੇ ਹੈ। ਜਿਸ ਗੁਰੂ ਅਮਰਦਾਸ ਮਹਾਰਾਜ ਨੇ ਪੂਜਣ ਵਾਲੇ ਜਿਹੜੇ ਸਿੱਖ ਸੀਗੇ ਉਹ ਸਾਰੇ ਹੀ ਮ੍ਰਿਤਿਉ ਤੋਂ ਰਹਿਤ ਕਰ ਦਿੱਤੇ ਹੈ। ਜਿਵੇਂ ਭਾਈ ਪਾਰੋ ਜੀ ਹੋਏ, ਭਾਈ ਮਹੇਸ਼ਾ ਜੀ ਹੋਏ ਸੁਲਤਾਨਪੁਰ ਵਾਸੀ। ਇਸ ਤੋਂ ਇਲਾਵਾ ਭਾਈ ਲਾਲੂ ਜੀ ਹੈ, ਮਾਈ ਦਾਸ ਵੈਸ਼ਨੋ, ਬੇਣੀ ਪੰਡਤ ਬ੍ਰਾਹਮਣ, ਖੇਡਾ ਸੋਇਨੀ ਬ੍ਰਾਹਮਣ, ਹੋਰ ਕਿੰਨੇ ਹੀ ਸਿੱਖ ਸੇਵਕ, ਮੱਥੋ ਮੁਰਾਰੀ। ਤੋ ਇਸ ਤਰ੍ਹਾਂ ਭੂਰੀ ਵਾਲਾ ਨਾਮ ਦਾ ਸਿੱਖ ਜਿਹੜਾ ਵੈ, ਸਾਰੇ ਸਿੱਖ ਜਿਹੜੇ ਵੈ ਉਹ ਰਹਿਤ ਕਰ ਦਿੱਤੇ ਹੈ। ਅੰਮ੍ਰਿਤ ਮੌਤ ਤੋਂ ਮ੍ਰਿਤਿਉ ਤੋਂ ਰਹਿਤ ਕਰ ਦਿੱਤੇ, ਅਮਰ ਕਰ ਦਿੱਤੇ ਹੈ। ਜੰਮਣ ਮਰਨ ਦੀ ਫਾਹੀ ਉਹਨਾਂ ਦੀ ਮਹਾਰਾਜ ਨੇ ਕੱਟ ਦਿੱਤੀ ਹੈ। ਅਮਰ ਨਾਮ ਦੇ ਗੁਰ ਅਮਰ। ਕਿਹਨਾਂ ਨੇ?
ਗੁਰੂ ਅਮਰਦੇਵ ਜੀ ਮਹਾਰਾਜ ਜੀਆਂ। ਨਾਮ ਜਿਹੜਾ ਅਮਰ ਕਹੀਏ ਅੰਮ੍ਰਿਤ, ਇੱਥੇ ਅਮਰ ਦਾ ਨਾਮ ਅੰਮ੍ਰਿਤ ਹੈ। ਅੰਮ੍ਰਿਤ ਰੂਪ ਜਿਹੜਾ ਨਾਮ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਨਾਮ ਦੇ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਸੇਵਕਾਂ ਨੂੰ ਅਮਰ ਕਰ ਦਿੱਤਾ ਹੈ। ਭਾਵ ਅੰਮ੍ਰਿਤ ਨਾਮ ਦੇ ਕਰਕੇ ਅਮਰ ਕਰ ਦਿੱਤਾ ਹੈ, ਮੁਕਤ ਕਰ ਦਿੱਤਾ, ਜਨਮ ਮਰਨ ਦੀ ਫਾਹੀ ਕੱਟ ਦਿੱਤੀ ਹੈ। ਚਿੱਤਰ ਪਦਾ ਛੰਦ ਰਾਮ ਸੁਦਾਸ ਗੁਰੂ ਸੁਖ ਰਾਸ। ਤੋ ਅੱਗੇ ਚਿੱਤਰ ਪਦਾ ਛੰਦ ਅੰਦਰ ਕਵੀ ਜੀ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਕਰ ਰਹੇ ਹੈ। ਜਿਹੜੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਹਨ, ਉਹ ਇਉਂ ਐ ਵੀ ਰਾਮ ਸੋ ਦਾਸ, ਸੋ ਉਸ ਰਾਮ ਦੇ ਦਾਸ ਕਹਾਉਣ ਵਾਲੇ ਹੈ। ਆਪਦੇ ਆਪ ਨੂੰ ਵੀ ਅਸੀਂ ਉਸ ਪ੍ਰਭੂ ਪਰਮੇਸ਼ਰ ਦੇ ਦਾਸ ਸੇਵਕ ਹਾਂ। ਤੋ ਗੁਰੂ ਸੁਖ ਰਾਸ ਉਹ ਹੈ ਗੁਰੂ ਜੀ, ਗੁਰੂ ਰਾਮਦਾਸ ਜੀ ਮਹਾਰਾਜ ਸੁੱਖਾਂ ਦੀ ਰਾਸ ਹਨ, ਪੂੰਜੀ ਹਨ, ਸੁੱਖਾਂ ਦੀ ਦੌਲਤ ਹੈ। ਆਪਦੇ ਆਪ ਨੂੰ ਰਾਮ ਦੇ ਦਾਸ ਕਹਾਉਂਦੇ ਆ। ਹਰੈ ਜਮ ਤਰਾਸ ਰਿਦਾ ਨਿਸ਼ਕਾਮ। ਤੇ ਜਮ ਦਾ ਤਰਾਸ ਡਰ ਜਿਹੜਾ ਸਿੱਖਾਂ ਸੇਵਕਾਂ ਦਾ ਨੂੰ ਹਰੈ ਨਾਸ਼ ਕਰ ਦੇਣ ਵਾਲੇ ਹੈ। ਰਿਦਾ ਨਿਸ਼ਕਾਮ, ਜਿਨ੍ਹਾਂ ਦਾ ਰਿਦਾ ਨਿਸ਼ਕਾਮ ਹੈ, ਭਾਵ ਜਿਨ੍ਹਾਂ ਸਿੱਖਾਂ ਦਾ ਰਿਦਾ ਨਿਸ਼ਕਾਮ ਹੈ, ਕਾਮਨਾ ਤੋਂ ਰਹਿਤ ਨਿਸ਼ਕਾਮ ਸੇਵੀ ਹੈ ਜਿਹੜੇ, ਉਹਨਾਂ ਨੂੰ ਜਮ ਦੇ ਤਰਾਸ ਡਰ ਤੋਂ ਰਹਿਤ ਕਰਨ ਵਾਲੇ ਹੈ। ਜਾਇਓ ਅਰਥ ਕਰੀਏ ਹਰੈ ਜਮ ਤਰਾਸ, ਜਮਾਂ ਦਾ ਤਰਾਸ ਡਰ ਹਰ ਦੇਣ ਵਾਲੇ, ਨਾਸ਼ ਕਰਨ ਵਾਲੇ ਆ ਗੁਰੂ ਰਾਮਦਾਸ ਜੀ ਮਹਾਰਾਜ। ਤੇ ਰਿਦਾ ਨਿਸ਼ਕਾਮ, ਗੁਰੂ ਰਾਮਦਾਸ ਮਹਾਰਾਜ ਦਾ ਰਿਦਾ ਨਿਸ਼ਕਾਮ ਹੈ, ਭਾਵ ਸਤਿਗੁਰੂ ਜੀ ਕੋਈ ਕਾਮਨਾ ਇੱਛਾ ਕਰਨ ਤੋਂ ਰਹਿਤ ਹੈ। ਨਿਸ਼ਕਾਮ ਰਿਦਾ ਹੈ, ਕੋਈ ਇੱਛਾ ਕਾਮਨਾ ਨਹੀਂ ਕਰਦੇ ਹੈ। ਕਾਮ ਨ ਕ੍ਰੋਧ ਵਿਰੋਧ ਨਿਰੋਧ। ਤੇ ਮਹਾਰਾਜ ਸੱਚੇ ਪਾਤਸ਼ਾਹ ਕਾਮ ਨਾ ਕ੍ਰੋਧ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਲਾ ਲਓ, ਜਾਂ ਕਾਮ ਨਾਮ ਇੱਛਾ ਦਾ ਹੈ। ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਈ, ਜੇਤੀ ਮਨ ਕੀ ਬਾਸਨਾ ਕਾਮ ਕਹਾਵੈ ਸੋਏ। ਇਸ ਸਿਧਾਂਤ ਨਾਲ ਵੇਖੋ ਤੇ ਫਿਰ ਕਾਮ ਦਾ ਅਰਥ ਕਰੋ ਇੱਛਾ। ਇੱਛਾ ਨਹੀਂ ਹੈ ਕੋਈ ਮਨ ਵਿੱਚ। ਤੋ ਕ੍ਰੋਧ, ਨਾ ਕ੍ਰੋਧ ਹੈ, ਨੰਨਾ ਦੇਲੀ ਦੀਪਕ ਹੈ, ਨਾ ਕਾਮ ਨਾ ਕ੍ਰੋਧ ਨਾ ਵਿਰੋਧ। ਤੋ ਨਾ ਹੀ ਜਿਹੜਾ ਹੈ ਉਹਨਾਂ ਦੇ ਮਨ ਵਿੱਚ ਕੋਈ ਕ੍ਰੋਧ ਹੈ। ਤੇ ਵਿਰੋਧ ਨਿਰੋਧ ਦਾ ਅਰਥ ਕਰ ਲਓ ਕਿ ਰੋਕਿਆ ਹੋਇਆ ਹੈ। ਇਹਨਾਂ ਨੇ ਕਿਹਨੂੰ? ਵਿਰੋਧ ਨੂੰ, ਆਪਦੇ ਹਿਰਦੇ ਵਿੱਚੋਂ ਵਿਰੋਧ ਰੋਕਿਆ ਹੋਇਆ ਹੈ। ਭਾਵ ਜਿਹੜਾ ਅਕਾਰਨ ਵਿਰੋਧ ਕਰਨਾ, ਈਰਖਾ ਕਰਨੀ, ਝਗੜਾ ਕਰਨਾ, ਉਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਨਿਰੋਧ ਕਹੀਏ ਰੋਕਿਆ ਹੋਇਆ ਹੈ। ਸਦਾ ਸੁਧ ਬੋਧ ਸਰੂਪ ਨਿਕਾਮ। ਤੇ ਸਦਾ ਸੁਧ ਸਰੂਪ ਬੋਧ, ਸੁਧ ਜਿਹੜਾ ਸ਼੍ਰੇਸ਼ਟ, ਸੁਧ ਪਵਿੱਤਰ, ਬੋਧ ਗਿਆਨ ਹੈ। ਸਦਾ ਉਸੇ ਸੁਧ ਗਿਆਨ ਦਾ ਸਰੂਪ ਹਨ। ਤੇ ਨਿਕਾਮ ਨੇ ਰਹਿਤ ਹੈ, ਕਾਮਨਾਵਾਂ ਇੱਛਾਵਾਂ ਸਾਰੀਆਂ ਤੋਂ ਰਹਿਤ ਹਨ ਸੱਚੇ ਪਾਤਸ਼ਾਹ ਜੀ। ਕਾਮ ਕਰੇ ਜਨ ਸ਼ਾਮ ਪਰੇ। ਤੇ ਜਿਹੜੇ ਜਨ ਸੇਵਕ ਗੁਰੂ ਰਾਮਦਾਸ ਮਹਾਰਾਜ ਦੀ ਸ਼ਾਮ ਕਈ ਸ਼ਰਨ ਵਿੱਚ ਪਏ ਹੈ, ਕਾਮ ਦਾ ਅਰਥ ਇੱਥੇ ਕਰਨਾ ਕਿ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਆ, ਜਾਂ ਉਹਨਾਂ ਦੇ ਕੰਮ ਸਾਰੇ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਜਿਸ ਕਾ ਕਾਰਜ ਤਿਨੇ ਹੀ ਕੀਆ। ਤੋ ਇੱਥੇ ਜਾਨੋ ਕਾਮ ਕਈ ਜਿਹੜੇ ਕਾਰਜ ਹੈ, ਉਹ ਸਾਰੇ ਕਾਰਜਾਂ ਨੂੰ ਪੂਰਾ ਕਰ ਦਿੰਦੇ ਆ ਗੁਰੂ ਰਾਮਦਾਸ ਜੀ। ਕਿਹਨਾਂ ਦੇ? ਜਨ ਸ਼ਾਮ, ਜਿਹੜੇ ਸੇਵਕ ਬਣ ਕੇ ਗੁਰੂ ਰਾਮਦਾਸ ਮਹਾਰਾਜ ਦੀ ਚਰਨੀ ਢਹਿ ਪੈਂਦੇ ਆ। ਤਿਨ ਤਾਪ ਹਰੇ ਨਿਤ ਹੋਤ ਅਨਾਮ। ਤੇ ਤਿੰਨੇ ਤਾਪ ਜਿਹੜੇ ਆਦਿ ਬਿਆਦੀ ਤੇ ਉਪਾਦੀ, ਤਿੰਨੇ ਤਾਪਾਂ ਨੂੰ ਨਾਸ਼ ਕਰਨ ਵਾਲੇ ਐ। ਨਿਤ ਹੋਤ ਨਿਨਾਮ, ਤੇ ਸੇਵਕ ਜਿਹੜੇ ਮਹਾਰਾਜ ਦੇ ਚਰਨੀ ਪਏ ਐ, ਉਹ ਨਿਤਾ ਪ੍ਰਤੀ ਹੋਤ ਕਹੀਏ ਹੋ ਜਾਂਦੇ। ਅਨਾਮ ਨਾਮ ਜਿਹੜਾ ਹੈ ਉਹ ਹੈ ਤੰਦਰੁਸਤੀ ਦਾ, ਰੋਗ ਤੋਂ ਰਹਿਤ ਦਾ। ਉਹ ਰੋਗ ਤੋਂ ਰਹਿਤ ਸਤਿਗੁਰਾਂ ਨੇ ਕਰ ਦਿੱਤੇ ਐ। ਨਾਮ ਜਪੇ ਆਘ ਬ੍ਰਿੰਦ ਖਪੇ। ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਜਪਿਆ, ਅਗ ਪਾਪ ਬ੍ਰਿੰਦ ਸਮੂਹ ਜਿੰਨੇ ਆ ਸਾਰੀ ਉਹਨਾਂ ਦੇ ਖਪ ਗਏ ਐ, ਨਾਸ਼ ਹੋ ਗਏ ਐ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਯਾਦ ਕਰਦਿਆਂ ਹੋਇਆਂ ਜੋ ਵੀ ਮਹਾਰਾਜ ਦੇ ਲਾਏ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਐ, ਨਾਮ ਜਪਦੇ ਐ, ਉਹਨਾਂ ਦੇ ਬਿਰੰਦ ਸਮੂਹ ਸਾਰੇ ਕੀਤੇ ਹੋਏ ਅਗ ਪਾਪਾਂ ਨੂੰ ਖਾਪੇ ਨਾਸ਼ ਕਰ ਦਿੰਦੇ ਆ।
ਸੋਰਪੇ ਹਰ ਰੰਗ ਸਦਾ ਅਭਿਰਾਮ। ਸੋ ਉਹ ਗੁਰੂ ਰਾਮਦਾਸ ਜੀ ਮਹਾਰਾਜ ਹਰੀ ਪਰਮੇਸ਼ਰ ਦੇ ਰੰਗ ਦੇ ਵਿੱਚ ਸਦਾ ਰੱਪੇ ਨਾਮ ਤਦਾਕਾਰ ਦਾ ਤਦਾਕਾਰ ਰਹਿੰਦੇ ਹੈ, ਲੀਨ ਰਹਿੰਦੇ ਹੈ, ਸਦਾ ਹਮੇਸ਼ਾ ਹੀ ਅਭਿਰਾਮ ਕਈ ਜਿਹੜੇ ਸੁੰਦਰ ਸਰੂਪ ਵਾਹਿਗੁਰੂ ਹੈ, ਉਹ ਸੁੰਦਰ ਸਰੂਪ ਹਰੀ ਵਾਹਿਗੁਰੂ ਦੇ ਰੰਗ ਵਿੱਚ ਸਦਾ ਰੰਗੇ ਰਹਿਣ ਵਾਲੇ ਹੈ, ਤਦਾਕਾਰ ਰਹਿਣ ਵਾਲੇ ਹੈ। ਚੌਪਈ ਸ਼੍ਰੀ ਸਤਿਗੁਰ ਅਰਜੁਨ ਕੁਲ ਕੰਦ। ਉਹ ਕਵੀ ਜੀ ਅੱਗੇ ਚੌਪਈ ਵਿੱਚ ਸ੍ਰੀ ਗੁਰੂ ਅਰਜੁਨ ਦੇਵ ਜੀ ਪੰਜਵੇਂ ਸਤਿਗੁਰਾਂ ਦਾ ਮੰਗਲ ਕਰਦੇ ਹੈ। ਸ਼੍ਰੀ ਸੁਭਾਇਮਾਨ ਸੱਚੇ ਗੁਰੂ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਸੋਢੀ ਕੁਲ ਦੇ ਚੰਦ ਵਰਗੇ, ਸੋਢੀ ਕੁਲ ਜਿਹੜੀ ਹੈ ਉਹ ਮਾਨੋ ਅਸਮਾਨ ਵਰਗੀ ਹੈ, ਗਗਨ ਵਰਗੀ, ਆਕਾਸ਼ ਵਰਗੀ ਹੈ। ਤੋ ਗੁਰੂ ਅਰਜੁਨ ਦੇਵ ਜੀ ਮਹਾਰਾਜ ਸੋਢੀਆਂ ਦੇ ਚੰਦਰਮਾ ਵਰਗੇ ਹੈ। ਚੰਦਨ ਸਮ ਬਚ ਸੀਤ ਮੁਕੰਦ। ਤੇ ਮੁਕਤੀ ਦੇ ਮੁਕੰਦ ਕਹੀਏ, ਮੁਕਤੀ ਦੇ ਦਾਤੇ ਹੈ, ਤੇ ਚੰਦਨ ਦੇ ਸਮ ਬਰਾਬਰ ਠੰਡੇ ਮਹਾਰਾਜ ਦੇ ਬਚਨ ਹਨ, ਮੁਖੋਂ ਨਿਕਲੇ ਹੋਏ ਭਾਵ ਸਤਿਗੁਰਾਂ ਦੀ ਗੁਰਬਾਣੀ ਚੰਦਨ ਵਾਂਗਰ ਜਾਂ ਚੰਦਰ ਤੋਂ ਵਧੇਕ ਠੰਡੀ ਹੈ। ਚੰਦਨ ਦੇ ਸਦਰਸ ਹੈ। ਮੁਕੰਦ ਮੁਕਤੀ ਦੇ ਦਾਤੇ ਹਨ, ਮੁਕਤੀ ਦੇ ਬੱਦਲ ਹਨ, ਦੇਣ ਵਾਲੇ ਹੈ। ਕੰਦ ਆਨੰਦ ਬਿਮੋਹ ਨਿਕੰਦ। ਔਰ ਆਨੰਦ ਦਾ ਤਾਂ ਕੰਦ ਕਹੀਏ ਮੁੱਢ ਹੈ, ਬੱਦਲ ਹੈ, ਵਿਸ਼ੇਸ਼ ਕਰਕੇ ਜਿਹੜਾ ਮੋਹ ਹੈ ਉਹਨੂੰ ਕੱਟਣ ਵਾਲੇ ਹੈ। ਕੰਦਲ ਸੁਖਦ ਤਨਹਾ ਪਦ ਬੰਦ। ਤੇ ਸੁਖ ਦੇ ਦੇਣ ਵਾਲੇ ਆ ਸੱਚੇ ਪਾਤਸ਼ਾਹ ਜੀ, ਸੁਖ ਦੇ ਦੇਣ ਵਾਲੇ ਹਨ, ਜਾਂ ਸੁਖ ਦੇ ਕੰਦਲ ਹੈ। ਗੁਰੂ ਗਰੀਬ ਨਵਾਜ ਸੁਖ ਦੀ ਕੰਦਲ ਹੈ, ਸੁਖ ਦੀ ਗੰਦਲ ਹੈ, ਤਿਨਹੁ ਪਦ ਬੰਦ। ਇਹੋ ਜਿਹੇ ਗੁਰੂ ਅਰਜੁਨ ਦੇਵ ਜੀ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਜਿਹੜੇ ਹੈ ਉਹ ਸਾਡੀ ਬੰਦ ਹੈ, ਨਮਸਕਾਰ ਬੰਦਣਾ ਹੈ। ਚੌਪਈ ਵਾਰੀ ਇੱਕ ਧਰ ਦੁਐ ਤਰਵਾਰੀ। ਕਵੀ ਜੀ ਅੱਗੇ ਗੁਰੂ ਹਰਗੋਬਿੰਦ ਰਾਏ ਮਹਾਰਾਜ ਦੀ ਮਹਿਮਾ ਕਰਦੇ ਹੈ ਕਿ ਵਾਰੀ ਇੱਕ ਤਰ ਦੁਐ ਤਰਵਾਰੀ। ਦੁਐ ਇਹਦਾ ਅਰਥ ਅਨਵੇ ਕਰੀਏ, ਦੁਐ ਤਰਵਾਰੀ ਧਰ ਇੱਕ ਵਾਰੀ। ਇੱਕੋ ਵਾਰੀ ਜਿਨ੍ਹਾਂ ਨੇ ਦੋ ਤਰਵਾਰੀ ਕਹੀਏ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ ਹਨ। ਵਾਰੀ ਛਤਰ ਸੈਨ ਬਲਵਾਰੀ। ਤੇ ਜਿਨ੍ਹਾਂ ਨੇ ਬਲ ਵਾਲੀ ਵੱਡੀ ਸ਼ਤਰੂ ਦੁਸ਼ਮਣ ਦੀ ਸੈਨਾ ਵੀ ਵਾਰੀ ਕਹੀਏ ਸੁੱਟ ਦਿੱਤੀ ਹੈ, ਮਾਰ ਮੁਕਾ ਦਿੱਤੀ ਸੀ। ਗਰੀਬ ਨਵਾਜ ਉੱਪਰ ਚੜ ਕੇ ਆਏ ਸੀ ਨਾ ਕਾਲੇ ਖਾਂ ਵਰਗੇ, ਤੇ ਮਹਾਰਾਜ ਨੇ ਤੇਗੇ ਕੇਸਗੜ੍ਹ ਸਾਹਿਬ ਸਤਿਗੁਰਾਂ ਦਾ ਤੇਗਾ ਪਿਆ ਅਜੇ ਵੀ, ਜਿਹਦੇ ਨਾਲ ਹਜ਼ੂਰ ਨੇ ਵਾਰ ਕੀਤਾ ਸਮੇਤ ਸੰਜੋਗ ਘੋੜੇ ਕਾਠੀ ਦੇ ਸਮੇਤ ਹੀ ਕਾਲੇ ਖਾਂ ਵੱਢ ਕੇ ਦੋ ਫਾੜ ਕਰ ਸੁੱਟ ਦਿੱਤਾ। ਇਸ ਤਰ੍ਹਾਂ ਬੜੇ ਵੱਡੇ ਬਲ ਵਾਲੇ ਜਿਹੜੇ ਵਾ ਸ਼ਤਰੂ ਦੁਸ਼ਮਣ ਸੂਰਮੇ ਕਹਾਉਂਦੇ ਹਰਗੋਬਿੰਦ ਰਾਏ ਮਹਾਰਾਜ ਦੀਨਾ ਬੰਧੂ ਨੇ ਉਹ ਸਾਰੀ ਸ਼ਤਰੂਆਂ ਦੀ ਸੈਨਾ ਵੀ ਖਪਾਈ ਹੋਈ ਹੈ, ਨਾਸ਼ ਕੀਤੀ ਹੈ। ਵਾਰੀ ਧਰ ਸਮ ਧੁਨ ਸੁਖ ਵਾਰੀ। ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਵਾਰੀ ਧਰਨਾ ਬਦਲਦਾ, ਬੱਦਲ ਦੇ ਵਾਂਗੂ ਗੱਜਣ ਵਾਲੇ ਹੈ, ਜਿਨ੍ਹਾਂ ਦੀ ਬੱਦਲ ਦੇ ਬਰਾਬਰ ਆਵਾਜ਼ ਗੱਜਦੀ ਹੋਈ। ਸੁਖ ਵਾਰੀ ਸੇਵਕਾਂ ਨੂੰ ਮਜਲੂਮਾਂ ਨੂੰ ਸੁਖ ਦੇਣ ਵਾਲੀ ਹੈ। ਵਾਰੀ ਗੁਰ ਖਟ ਪਰ ਬਹਵਾਰੀ। ਤੇ ਇਸ ਕਰਕੇ ਖਟ ਗੁਰ ਪਰ ਵਾਰੀ ਬਹੁਵਾਰੀ ਇਉਂ ਅਨਵੇਂ। ਗੁਰੂ ਖਟ ਖਟ ਨਾਮ ਛੇਵੇਂ ਦਾ, ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਸਤਿਗੁਰਾਂ ਦੇ ਉੱਪਰੋਂ ਕਵੀ ਜੀ ਕਹਿੰਦੇ ਵਾਰੀ ਬਹੁਵਾਰੀ, ਬਹੁਤ ਵਾਰ ਅਸੀਂ ਵਾਰੀ ਵਾਰੀ ਸਦਕੇ ਸਦਕੇ ਜਾਂਦੇ ਹਾਂ। ਵਾਹਿਗੁਰੂ ਸਾਹਿਬ ਜੀਓ ਸੱਚਨ ਸੱਚ ਮਾਨਕ ਚੰਦ ਜੋਏ। ਤੋ ਅੱਗੇ ਹੁਣ ਚਾਰ ਕੁ ਮੰਗਲ ਜਿਹੜੇ ਹੋਏ ਐ ਨਿਤਾ ਪ੍ਰਤੀ ਆਪਾਂ ਚਾਰ ਮੰਗਲ ਜਿਹੜੇ ਵੈ ਉਹ ਸੁਣ ਲਵਾਂਗੇ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਦੇ। ਕੱਲ ਜਿੱਥੇ ਪ੍ਰਸੰਗ ਰੁਕਿਆ ਕਿ ਗੁਰੂ ਰਾਮਦਾਸ ਜੀ ਮਹਾਰਾਜ ਜਿਹੜੇ ਵੈ ਉਹ ਕਮਰੇ ਦੇ ਵਿੱਚ ਸੁਭਾਏਮਾਨ ਸੱਜ ਬੈਠੇ ਐ, ਬਾਹਰ ਆਉਂਦੇ ਨਹੀਂ, ਸੰਗਤਾਂ ਦਰਸ਼ਨਾਂ ਤੋਂ ਦੁਖੀ ਹੁੰਦੀਆਂ। ਤੋ ਇਸ ਤਰ੍ਹਾਂ ਕੌਣ ਆਏ ਐ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਉਹ ਕਵੀ ਜੀ ਦੱਸਦੇ। ਕਹਿੰਦੇ ਜਿਹੜੇ 72 ਮੰਜੀਦਾਰ ਹੈ ਵਾਹਿਗੁਰੂ 22, ਉਹ 22 ਮੰਜੀਦਾਰ ਵੀ ਆਏ ਹੋਏ ਮਹਾਰਾਜ ਦੇ ਦਰਸ਼ਨਾਂ ਨੂੰ, ਜਿਨ੍ਹਾਂ ਦੇ ਵਿੱਚ ਇੱਕ ਸੱਚਣ ਸੱਚ ਨਾਮੇ ਉਹ ਪੂਰੀ ਵਾਲਾ ਕਹਿ ਲਓ, ਸੱਚਣ ਸੱਚ ਨਾਵੇਂ ਸਿੱਖ ਹੈ,
ਸੱਚਨ ਸੱਚ ਇੱਕ ਮਾਣਕ ਚੰਦ ਵੀ ਆਇਆ ਹੋਇਆ ਹੈ। ਡੱਲੇ ਵਾਸੀ ਸਿੱਖ ਸਭ ਤੇ ਕੋਏ 72 ਬ੍ਰਹਮ ਗਿਆਨੀ ਜਿਹੜੇ ਆ ਜਾਂ ਹੋਰ ਬੇਅੰਤ ਸੰਗਤਾਂ ਜਿਹੜੀਆਂ ਡੱਲੇ ਨਗਰ ਸਾਰਾ ਹੀ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਹੈ। ਸਾਵਣ ਮਲ ਅਰ ਮਾਈ ਦਾਸ ਸਤਿਗੁਰਾਂ ਦੇ ਭਤੀਏ ਸਾਵਣ ਮਲ ਜੀ ਤੇ ਮਾਈ ਦਾਸ ਵੈਸ਼ਨੋ ਬ੍ਰਾਹਮਣ ਵੀ ਆਇਆ ਹੈ। ਗੰਗੋ ਬੱਸੀ ਖੱਤਰੀ ਦਾਸ ਦਿੱਲੀ ਦੇ ਰਹਿਣ ਵਾਲਾ ਗੰਗੋ ਬਸੀ ਖੱਤਰੀ ਜਿਹੜਾ ਵਾ ਜਾਂ ਗੰਗੋ ਸ਼ਾਹੀ ਕਹਿ ਲਓ, ਜਿਹੜਾ ਸ਼ਾਹੂਕਾਰ ਹੈ, ਮੋਹਰਾਂ ਦਾ ਉਹ ਕੁੰਡੀਕਰਨ ਦਾ ਕਾਰੋਬਾਰ ਜਿਹੜਾ ਕਰਦਾ ਹੈ, ਉਹ ਵੀ ਆਇਆ ਹੋਇਆ ਹੈ ਸੱਚੇ ਪਾਤਸ਼ਾਹ ਦੇ ਪਾਸ। ਤੇ ਖੇੜਾ ਸੋਇਰੀ ਜਾਂ ਸੋਇਨੀ ਬ੍ਰਾਹਮਣ ਵੀ ਆਇਆ ਹੈ। ਮੱਥੋ ਮੁਰਾਰੀ ਇਹ ਚੱਲ ਆਏ ਨਹੀਂ ਪ੍ਰੇਮੀ ਕਿੱਥੇ ਆ? ਤੋ ਇਸ ਤਰ੍ਹਾਂ ਇੱਕ ਮੱਥੋ ਮੁਰਾਰੀ ਨਾਮ ਹੈ ਜਿਹੜਾ ਸਿੱਖ ਭਾਵ ਜਿਹਨੂੰ ਪ੍ਰੇਮੇ ਕੋੜੀ ਨੂੰ ਮਹਾਰਾਜ ਨੇ ਇੱਕ ਮੰਜੀ ਬਖਸ਼ੀ, ਮੱਥੋ ਮੁਰਾਰੀ ਨਾਮ ਬਖਸ਼ਿਆ। ਮੱਥੋ ਮੁਰਾਰੀ ਵੀ ਦੋਵੇਂ ਪਤੀ ਸਤੀ ਮਹਾਰਾਜ ਦੇ ਦਰਸ਼ਨਾਂ ਨੂੰ ਆਏ ਐ। ਫਿਰਿਆ ਕਟਾਰਾ ਸਿੱਖ ਸਮੁਦਾਏ ਤੇ ਇੱਕ ਉਹ ਪਹਾੜੀ ਇਲਾਕੇ 'ਚ ਪ੍ਰਚਾਰ ਮੜੀ ਮਸਾਣੀ ਭੰਨਣ ਦੀ ਜਿਨ੍ਹਾਂ ਤੇ ਮਹਾਰਾਜ ਨੇ ਡਿਊਟੀ ਲਾਈ, ਉਹ ਜਿਹੜੇ ਫੇਰਿਆ ਕਟਾਰਾ ਜਾਂ ਭਾਈ ਫੇਰੂ ਕਟਾਰਾ ਜੀ ਵੀ ਪਹੁੰਚੇ ਹਨ ਦੋਵੇਂ, ਜਾਂ ਇੱਕ ਜਾਣ ਲਓ। ਖੇਡਾ ਸਵੇਰੀ ਦਿਜ ਬਰਤਾਹਾਂ ਖੇੜਾ ਸੋਇਨੀ ਬ੍ਰਾਹਮਣ ਵੀ ਆਣ ਪਹੁੰਚਿਆ ਹੈ ਗੋਇੰਦਵਾਲ। ਬੇਨੀ ਪੰਡਿਤ ਪ੍ਰੇਮੀ ਮਹਾ ਇੱਕ ਬੇਣੀ ਪੰਡਤ ਵੈ ਬੜਾ ਮਹਾਨ ਸਤਿਗੁਰਾਂ ਦਾ ਪ੍ਰੇਮੀ ਹੋਇਆ। ਆਦ ਹਿੰਦਾਲ ਬਹਿਰ ਕੇ ਸਾਰੇ ਇੱਕ ਹਿੰਦਾਲ ਨਾਮੇ ਸਿੱਖ ਹੈ, ਉਹ ਜਿਹਨੇ ਗਾਂ ਜਾ ਕੇ ਗੁਰੂ ਘਰ ਨਾਲ ਵਿਗੜੇ ਸੀ ਤੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਸੀ ਭਾਈ ਬਾਲਾ ਜੀ ਵਾਲਾ, ਉਹ ਸਾਖੀ ਨੂੰ ਨਸ਼ਟ ਕੀਤਾ ਸੀਗਾ। ਇਹ ਹੰਦਾਲ ਨਾਵੇਂ ਸਿੱਖ ਜਿਹੜਾ ਵੈ ਇਹ ਵੀ ਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਹੈ। ਬਾਸੇ ਗੋਇੰਦਵਾਲ ਮਝਾਰੇ ਇਹ ਆਣ ਵਸੇ ਆ ਗੋਇੰਦਵਾਲ ਸਾਹਿਬ ਦੇ ਵਿੱਚ ਟਿਕੇ ਹੋਏ ਹਨ। ਮੋਹਨ ਅਪਰ ਮੋਹਰੀ ਦੋਊ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੋਵੇਂ ਜਿਹੜੇ ਸਾਹਿਬਜ਼ਾਦੇ ਹਨ ਸਤਿਗੁਰਾਂ ਦੇ, ਸਹਿਤ ਪੁੱਤਰ ਕੇ ਥਿਤ ਹੋਵੈ ਸੋ ਤੇ ਉਹ ਆਪਣੇ ਪੁੱਤਰਾਂ ਦੇ ਸਹਿਤ ਭਾਵ ਕਿ ਉਹਨਾਂ ਦੇ ਅੱਗੇ ਜਿਹੜੇ ਚਾਰ ਕਰ ਲੋ, ਇਹਨਾਂ ਦੇ ਮਹਾਰਾਜ ਦੇ ਪੋਤਰੇ ਇਹਨਾਂ ਦੇ ਪੁੱਤਰ ਹਨ, ਉਹ ਵੀ ਬੈਠੇ ਹੋਏ ਆ। ਸਾਹਿਬ ਬੁੱਢਾ ਆਦ ਜੀ ਔਰ ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਹੋਰ ਬੜੇ ਜਿਹੜੇ ਸੁਚੱਜੇ ਸਿਆਣੇ ਸਿੱਖ ਹਨ। ਬੈਠਾ ਹੈ ਸਕਲ ਬਾਬਲੀ ਠਾਰ ਸਭ ਬੌਲੀ ਸਾਹਿਬ ਦੇ ਪਾਵਨ ਸਥਾਨ ਦੇ ਲਾਗੇ ਬੈਠੇ ਹੋਏ ਆ। ਚਿੰਤਮਾਨ ਚਿਤ ਮਹਿ ਅਤ ਸਾਰੇ ਤੇ ਚਿੰਤਾਮਾਨ ਹੋ ਰਹੇ, ਚਿੰਤਾ ਸਹਿਤ ਹੋ ਕਰਕੇ ਚਿਤਵਨੀ ਮਨ ਵਿੱਚ ਵਿਚਾਰ ਚਿਤਵਨੀ ਕਰ ਰਹੇ ਸਾਰੇ ਹੀ। ਗੁਰੂ ਨ ਆਵਹਿ ਬਾਹਰ ਦੁਆਰੇ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੁਆਰੇ ਆਪਣੇ ਦਰ ਤੋਂ ਘਰ ਤੋਂ ਬਾਹਰ ਨਹੀਂ ਆ ਰਹੇ ਹਨ। ਇਹ ਕਿਆ ਤਨਹਾ ਹਿਰਦੈ ਮੈਂ ਠਾਨੀ ਤੇ ਇਹ ਦੱਸੋ ਭਲਾ ਵੀ ਗੁਰੂ ਰਾਮਦਾਸ ਮਹਾਰਾਜ ਨੇ ਮਨ ਵਿੱਚ ਕੀ ਵਿਚਾਰ ਜੀ ਠਾਣੀ ਹੋਈ ਹੈ? ਸੰਗਤਾਂ ਨੂੰ ਮਹਾਰਾਜ ਦਰਸ਼ਨ ਦੇਣ ਵਾਸਤੇ ਬਾਹਰ ਨਹੀਂ ਆ ਰਹੇ ਹਨ। ਬੈਠਾ ਹੈ ਬੀਚ ਨਾ ਦਰਸ਼ਨ ਦਾਨੀ ਆਪ ਮਹਾਰਾਜ ਬਹਿੰਦੇ ਨਹੀਂ, ਗੁਰੂ ਗਰੀਬ ਨਵਾਜ ਦਰਸ਼ਨ ਨਹੀਂ ਦੇ ਰਹੇ ਸੰਗਤਾਂ ਦੇ, ਤਾਂ ਹੀ ਸੱਚੇ ਪਾਤਸ਼ਾਹ ਜੀ ਦਰਸ਼ਨਾਂ ਦੇ ਦਾਨੀ ਜੋ ਹਨ। ਪ੍ਰੇਰਨ ਕਰਿਓ ਬ੍ਰਿਧ ਕੋ ਸਭ ਹੈ। ਤੋ ਇਸ ਤਰ੍ਹਾਂ ਵਿਚਾਰ ਕਰਕੇ ਸਾਰੀ ਸੰਗਤ ਜਿਹੜੀ ਹੈ ਨਾ ਵਿਚਾਰ ਕੀਤੀ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖੋ ਇਹ ਕੋਈ ਹੱਲ ਕਰਨ, ਮਹਾਰਾਜ ਦੇ ਦਰਸ਼ਨ ਕਰਵਾਉਣ। ਸਾਰੀ ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰੇਰਿਆ ਵੀ ਮਹਾਰਾਜ ਤੁਸੀਂ ਇਹ ਕਾਰਜ ਕਰਨਾ ਕਰੋ। ਅੱਗੇ ਵੀ ਤੁਸੀਂ ਗੁਰੂ ਅੰਗਦ ਪਾਤਸ਼ਾਹ ਤੇ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਕੌਤਕ ਵਰਤਾਇਆ ਸੀਗਾ ਆਨਹ ਬਹਿਰ ਜਾਹੋ ਤੁਮ ਅਬਹੂ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਜਾਓ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬਾਹਰ ਸੰਗਤਾਂ ਵਿੱਚ ਲੈ ਆਓ, ਦਰਸ਼ਨ ਕਰ ਲਈਏ। ਬ੍ਰਿਧ ਨੇ ਪੰਨਿਓ ਬਾਕ ਸੁਨ ਲੀਜੈ ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤ ਨੂੰ ਬੋਲੇ ਆ ਕਿ ਹੇ ਸਾਧ ਸੰਗਤ ਜੀ ਸਾਡਾ ਇਉਂ ਬਿਨੇ ਸੁਣਨਾ ਕਰੋ। ਅਨਬਨ ਮੇਰੋ ਗਮਨ ਜਨੀਜੈ ਵੀ ਸਾਡਾ ਜਾਣਾ ਤੁਸੀਂ ਅਣਬਣ ਚੰਗਾ ਨਾ ਜਾਣਨਾ ਕਰੋ, ਸਾਡਾ ਜਾਣਾ ਬਣਦਾ ਨਹੀਂ ਹੈ। ਮੋਹਨ ਕੋ ਸੁਭਾਉ ਮਸਤਾਨੇ ਤੇ ਜਿਹੜੇ ਬਾਬਾ ਮੋਹਨ ਜੀ ਆ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ, ਹਾਨ ਲਾਭ ਬਹ ਕਹਿ ਬੇਜਾਨੇ, ਤਿਨਾਂ ਦਾ ਸੁਭਾਅ ਜਿਹੜਾ ਮਸਤਾਨਾ ਹੈ ਤੇ ਹਾਨ ਲਾਭ ਜਿਹੜਾ ਭਾਵ ਨੁਕਸਾਨ ਕੀ ਹੈ ਲਾਭ ਕੀ ਹੈ ਉਹ ਨਹੀਂ ਜਾਣਦੇ। ਉਹਨਾਂ ਦਾ ਸੁਭਾਅ ਐਸਾ ਹੀ ਮਸਤਾਨਾ ਦੀਵਾਨਾ ਭਾਵ ਕਿ ਉਹਨਾਂ ਦਾ ਜਾਣਾ ਨਹੀਂ ਗੁਰੂ ਰਾਮਦਾਸ ਮਹਾਰਾਜ ਪਾਸ।
ਜਾਂ ਤੇ ਸਤਿਗੁਰ ਸੁਤ ਲਗ ਜਾਵੇ। ਇਸ ਕਰਕੇ ਬਾਬਾ ਜੀ ਕਹਿੰਦੇ ਅਸੀਂ ਤਾਂ ਕਹਿੰਨੇ ਆ ਸੰਗਤ ਜੀ ਵੀ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਮੋਹਰੀ ਜੀਆਂ ਨੂੰ ਭੇਜ ਦਈਏ, ਇਹ ਚਲੇ ਜਾਣ। ਸੁਮਤ ਮੋਹਰੀ ਕਹਿਤ ਨ ਲਿਆਵੇ। ਤੇ ਸ਼੍ਰੇਸ਼ਟ ਮੱਤ ਵਾਲੇ ਬਾਬਾ ਮੋਹਰੀ ਜੀ ਨੂੰ ਆਖੋ ਸਾਰੇ ਵੀ ਇਹ ਗੁਰੂ ਰਾਮਦਾਸ ਮਹਾਰਾਜ ਨੂੰ ਇੱਥੇ ਬਾਹਰ ਸੰਗਤਾਂ ਵਿੱਚ ਲੈ ਆਉਣ ਬੇਨਤੀ ਕਰਕੇ। ਮੈਂ ਵੀ ਸੰਗ ਕਰਾਂ ਇਨ ਕੇਰਾ। ਅਸੀਂ ਵੀ ਇਹਨਾਂ ਦੇ ਨਾਲ ਚਲੇ ਜਾਂਦੇ ਆ। ਚਲੋ ਬਾਬਾ ਮੋਹਰੀ ਜੀ ਦੇ ਨਾਲ ਅਸੀਂ ਵੀ ਜਾਂਦੇ ਹਾਂ। ਮਾਨਾ ਸੰਗਤ ਬਾਕ ਭਲੇਰਾ। ਤੇ ਸੰਗਤ ਨੇ ਜਾਣਿਆ ਵੀ ਬਾਬਾ ਜੀ ਦੀ ਗੱਲ ਤਾਂ ਬਿਲਕੁਲ ਠੀਕ ਹੈ, ਜਾਣ ਕੇ ਮੰਨੀ ਹੈ। ਸਭੇ ਨ ਮੋਹਰੀ ਸੋ ਜਬ ਕਹਿਓ। ਤੇ ਸਾਰੀਆਂ ਸੰਗਤਾਂ ਨੇ ਫਿਰ ਧੰਨ ਬਾਬਾ ਮੋਹਰੀ ਜੀਆਂ ਦੇ ਤਾਈ ਇਸ ਤਰ੍ਹਾਂ ਆਖਿਆ ਹੈ। ਆਵਹਿ ਮੋਹ ਗਏ ਤੇ ਲਹਿਓ। ਕਿ ਹੇ ਬਾਬਾ ਮੋਹਰੀ ਜੀ ਤੁਸੀਂ ਜਾਓ ਤੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਲੈ ਆਓ। ਤੋ ਬਾਬਾ ਮੋਹਰੀ ਜੀ ਵੀ ਜਾਣ ਗਏ ਐ ਸੰਗਤਾਂ ਦੇ ਕਹਿਣ ਤੇ ਵੀ ਸਾਡੇ ਗਿਆਂ ਤੋਂ ਹੀ ਗੁਰੂ ਅਮਰਦਾਸ ਮਹਾਰਾਜ ਜੀ ਆ ਜਾਣਗੇ। ਗੁਰੂ ਰਾਮਦਾਸ ਮਹਾਰਾਜ ਜੀ ਕੁਛ ਕ ਸਿੱਖ ਅਰ ਬ੍ਰਿਧ ਕੋ ਲੈ ਕੇ। ਇਸ ਤਰ੍ਹਾਂ ਕੁਝ ਕੁ ਸਿੱਖ ਨਾਲ ਲਏ ਐ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਨਾਲ ਲੈ ਲਏ ਹਨ। ਗੁਰ ਸਮੀਪ ਪਹੁੰਚੇ ਹਿਤ ਕਹਿ ਤੇ ਕੇ। ਬਾਬਾ ਮੋਹਰੀ ਜੀ ਪ੍ਰੇਮ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਸ ਪਹੁੰਚ ਗਏ ਐ। ਅੰਤਰ ਬੈਠੇ ਜਾਏ ਨਿਹਾਰੇ। ਇਧਰ ਜਦੋਂ ਵੇਖਿਆ ਗੁਰੂ ਰਾਮਦਾਸ ਜੀ ਮਹਾਰਾਜ ਕਮਰੇ ਵਿੱਚ ਬੈਠੇ ਹੋਏ ਵੇਖੇ ਆ ਸੰਗਤਾਂ ਨੇ। ਅਪਰ ਸੁਭਾਉ ਜਿਨ੍ਹਾਂ ਉਰ ਧਾਰੇ। ਜਿਨ੍ਹਾਂ ਨੇ ਸੁਭਾਅ ਹੋਰ ਹੀ ਭਾਵ ਧਾਰਿਆ ਹੋਇਆ, ਪਹਿਲਾਂ ਵਰਗਾ ਸੁਭਾਅ ਨਹੀਂ ਸਤਿਗੁਰੂ ਰਾਮਦਾਸ ਜੀ ਦਾ। ਬੜੇ ਵਿਰਾਗੀ ਹੋ ਬੈਠੇ ਹਨ। ਵਿਖੇ ਸਕਲ ਉਠ ਕਰ ਸਨਮਾਨੇ। ਇਹ ਸਾਰਿਆਂ ਨੂੰ ਆਇਆ ਵੇਖ ਕੇ ਗੁਰੂ ਰਾਮਦਾਸ ਮਹਾਰਾਜ ਜੀ ਖੜੇ ਹੋ ਗਏ ਆ। ਸੰਗਤ ਨੂੰ ਪਰਮੇਸ਼ਰ ਰੂਪ ਜਾਣ ਕੇ ਬੜਾ ਸਤਿਕਾਰ ਕੀਤਾ ਸੰਗਤ ਦਾ। ਮਿਲੇ ਪਰਸਪਰ ਬੰਧਨ ਠਾਨੇ। ਤੇ ਆਪਸ ਵਿੱਚ ਮਿਲੇ ਆ ਸਿੱਖਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਬੰਦਨਾ ਕੀਤੀਆਂ, ਨਮਸਕਾਰਾਂ ਕੀਤੀਆਂ ਨੇ। ਬਾਕ ਮੋਹਰੀ ਤਦਹਿ ਉਚਾਰੇ। ਫਿਰ ਧੰਨ ਬਾਬਾ ਮੋਹਰੀ ਜੀਆਂ ਨੇ ਗੁਰੂ ਰਾਮਦਾਸ ਮਹਾਰਾਜ ਤਾਈਂ ਬਚਨ ਕਹੇ ਆ। ਤੁਮ ਕਿਵੇਂ ਬੈਠੇ ਸਦਨ ਮਝਾਰੇ। ਮਹਾਰਾਜ ਤੁਸੀਂ ਕਿਵੇਂ ਇੱਥੇ ਘਰ ਵਿੱਚ ਲੁਕ ਕੇ ਬੈਠੇ ਹੋਏ ਹੋ। ਸਤਿਗੁਰ ਪਿਤ ਨੇ ਨਿਜ ਅਸਥਾਨ। ਵੀ ਸਾਡੇ ਗੁਰੂ ਪਿਤਾ ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਦੇ ਵਾਲੇ ਸਥਾਨ ਉੱਪਰ ਤੁਮਹ ਬਿਠਾਏ ਸਕਰ ਸਨਮਾਨ। ਤੁਹਾਨੂੰ ਸਨਮਾਨ ਸਤਿਕਾਰ ਕਰਕੇ ਆਪਦੀ ਜਗ੍ਹਾ ਤੇ ਸਾਡੇ ਗੁਰ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਿਠਾਇਆ ਹੈ। ਜਿਮ ਸਿੱਖ ਸੰਗਤ ਤਨਹ ਉਧਾਰੇ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਗੁਰ ਪਿਤਾ ਨੇ ਸੰਗਤ ਦਾ ਕਲਿਆਣ ਕੀਤਾ, ਉਧਾਰ ਕੀਤਾ ਹੈ। ਤਿਮ ਚਮਕ ਰਹਾ ਬੈਠ ਇਹੋ ਕਾਰੇ। ਤੇ ਤੁਸੀਂ ਵੀ ਬਾਹਰ ਸਜ ਦਰਬਾਰ ਸਜੇ ਵਿੱਚ ਬਹਿ ਕੇ ਮਹਾਰਾਜ ਤੁਸੀਂ ਵੀ ਉਵੇਂ ਹੀ ਉਹ, ਕਿਉਂਕਿ ਤੁਹਾਨੂੰ ਤੁਸੀਂ ਉਸੇ ਦਾ ਹੀ ਰੂਪ ਅਸੀਂ ਵੇਖਦੇ ਹਾਂ ਗੁਰੂ ਅਮਰਦਾਸ ਮਹਾਰਾਜ ਦਾ। ਤੁਹਾਡੇ ਵਿੱਚੋਂ ਤੁਸੀਂ ਵੀ ਉਹਨਾਂ ਵਾਲੀ ਕਿਰਿਆ ਕਰੋ ਨਾ, ਫਿਰ ਜੀਵਾਂ ਦੀ ਕਲਿਆਣ ਕਰੋ, ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਜੀ ਆਪ ਬੈਠ ਉਹਨਾਂ ਵਾਂਗੂ ਹੀ ਕਲਿਆਣ ਕਰੋ, ਉਧਾਰ ਕਰੋ, ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰੋ। ਸਭ ਨ ਮਹਿ ਬੈਠਾ ਹਰ ਖਾਵਹ। ਤੇ ਸਾਰਿਆਂ ਵਿੱਚ ਬੈਠੋ, ਖੁਸ਼ੀਆਂ ਮਨਾਓ, ਖੁਸ਼ੀਆਂ ਵੰਡੋ ਜੀ। ਉਪਦੇਸ਼ ਸਤਨਾਮ ਜਪਾਵਹ। ਸਾਰੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰੋ। ਵਾਹਿਗੁਰੂ 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 ਨਾਮ ਜਪਾਉਣਾ ਕਰੋ। ਜਿਮ ਗੁਰ ਕਹਿਓ ਬਾਕ ਤਿਮ ਮਾਨਹ। ਤੋ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਹੇ ਹੋਏ ਆ ਵੀ ਜੀਵਾਂ ਦੀ ਕਲਿਆਣ ਦੀ ਅੱਗੋਂ ਤੁਹਾਡੀ ਡਿਊਟੀ ਆ, ਤੁਹਾਡੇ ਚਰਨੀ ਲਾ ਚੱਲੇ ਸਾਰੀ ਸੰਗਤ। ਉਹ ਸਤਿਗੁਰੂ ਪਿਤਾ ਜੀ ਦਾ ਬਚਨ ਕਿਹਾ ਹੋਇਆ ਹੁਣ ਤੁਸੀਂ ਮੰਨੋ ਜੀ। ਸਤ ਸੰਗਤ ਮਤ ਇਮ ਪਹਿਚਾਨਹ। ਤੇ ਸਤ ਸੰਗਤ ਦੀ ਮਤ ਵੀ ਤੁਸੀਂ ਮਹਾਰਾਜ ਇਸ ਤਰ੍ਹਾਂ ਹੀ ਜਾਣੋ। ਸਤ ਸੰਗਤ ਵੀ ਐਂ ਹੀ ਲੋਚਦੀ ਹੈ। ਹਮ ਤੁਮ ਸਭ ਕਹ ਧਰਮ ਇਹੀ ਹੈ। ਸਾਡਾ ਤੁਹਾਡਾ ਸਾਰਿਆਂ ਦਾ ਇਹੀ ਧਰਮ ਹੈ। ਗੁਰ ਆਗਿਆ ਸਿਰ ਧਰਨ ਸਹੀ ਹੈ। ਤੋ ਗੁਰੂ ਅਮਰਦਾਸ ਮਹਾਰਾਜ ਦੀ ਆਗਿਆ ਸਿਰ ਤੇ ਧਰਨੀ ਬੜੀ ਯੋਗ ਹੈ। ਸੁਣ ਗੁਰ ਰਾਮਦਾਸ ਇਨ ਬੈਨਾ। ਇਹਨਾਂ ਸਾਰੀ ਸੰਗਤ ਦੇ ਬਾਬਾ ਮੋਹਰੀ ਜੀਆਂ ਦੇ, ਬਾਬਾ ਬੁੱਢਾ ਸਾਹਿਬ ਜੀਆਂ ਦੇ ਮੁਖੋਂ ਬਚਨ ਸੁਣੇ ਐ। ਜਦੋਂ ਧੰਨ ਗੁਰੂ ਰਾਮਦਾਸ ਜੀਆਂ ਪਰਮ ਪ੍ਰੇਮ ਤੇ ਜਲ ਪਰ ਨੈਨਾ। ਤੇ ਬੜਾ ਪ੍ਰੇਮ ਆਇਆ ਹਿਰਦੇ ਵਿੱਚ ਤੇ ਨੇਤਰਾਂ ਦੇ ਵਿੱਚ ਜਲ ਭਰ ਲਿਆ ਹੈ। ਤੁਮ ਗੁਰ ਸਤ ਅਰ ਗੁਰ ਸਿੱਖ ਸਾਰੇ। ਇਹ ਭਾਈ ਵੇਖੋ ਆਪ ਸਾਰੇ ਗੁਰੂ ਕੇ ਸਿੱਖ ਹੋ
ਬਾਬਾ ਮੋਹਰੀ ਜੀ ਆਪ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਛੋਟੇ ਹੋ, ਮੈਂ ਨਿਤ ਹੋ ਅਨੁਸਾਰ ਤੁਮਾਰੇ। ਤੇ ਅਸੀਂ ਤੁਹਾਥੋਂ ਬਾਹਰੇ ਨਹੀਂ ਹਾਂ, ਜਿਵੇਂ ਤੁਸੀਂ ਆਖੋ ਉਦਾਂ ਹੀ ਹੈ। ਅਸੀਂ ਤੁਹਾਡੇ ਹੀ ਅਨੁਸਾਰ ਹਾਂ, ਅਧੀਨ ਹਾਂ ਸਭ ਸੰਗਤ ਦੇ। ਸਾਦਰ ਬਚਨ ਮਾਨਿਬੋ ਮੋਹੇ। ਤੇ ਅਸੀਂ ਤਾਂ ਤੁਹਾਡਾ ਆਦਰ ਸਤਕਾਰ ਦੇ ਸਹਿਤ ਜਿਹੜਾ ਵੈ ਸਾਡਾ ਬਚਨ ਮੰਨਣ ਦਾ ਫਰਜ਼ ਹੈ। ਮੋਹ ਕਹਾ ਮਹਾ ਧਰਮ ਇਹੋ ਹੋਏ। ਇਹ ਸਾਡਾ ਹੀ ਜਿਹੜਾ ਨਾ ਮਹਾਨ ਧਰਮ ਹੈ, ਤੁਹਾਡਾ ਬਚਨ ਮੰਨਣਾ। ਇਹੀ ਸਾਡਾ ਸੰਗਤ ਦਾ ਜਿਹੜਾ ਬਚਨ ਮੰਨਣਾ ਹੀ ਸਾਡਾ ਵੱਡਾ ਧਰਮ ਹੈ। ਆਸ ਕਹਿ ਨਿਕਸੇ ਬਾਹਰ ਆਏ। ਇਸ ਤਰ੍ਹਾਂ ਕਹਿ ਕੇ ਬਾਬਾ ਮੋਹਰੀ ਜੀ ਬਾਹਰ ਨਿਕਲ ਆਏ। ਬਾਬਾ ਮੋਹਰੀ ਜੀ ਸੰਗਤਾਂ ਸਭ ਦੇ ਸਮੇਤ ਗੁਰੂ ਰਾਮਦਾਸ ਜੀ ਬਾਹਰ ਨਿਕਲ ਆਏ ਹੈ। ਬੈਠ ਸਭਾ ਮਹਿ ਸ਼ੋਭਾ ਬਢਾਏ। ਆਣ ਗੁਰੂ ਗਰੀਬ ਨਿਵਾਸ ਸਭਾ ਵਿੱਚ ਬੈਠੇ ਐ। ਸਭਾ ਵਿੱਚ ਸੁਭਾਏਮਾਨ ਹੋ ਕੇ ਬੜਾ ਚਾਰੇ ਪਾਸੇ ਉਹ ਮਹਾਰਾਜ ਦੀ ਸ਼ੋਭਾ ਵਧਾ ਰਹੇ ਆ। ਜਿਮ ਉਡਗਨ ਮੰਗਲ ਮਹਿ ਆਏ। ਜਿਵੇਂ ਜਿਹੜੇ ਉਡਗਨ ਕਹਿ ਲਓ, ਜਿਹੜੇ ਤਾਰੇ ਆ ਉਹ ਮੰਡਲ ਕਈ ਅਸਮਾਨ ਵਿੱਚ ਤਾਰਾ ਮੰਡਲ ਵਿੱਚ ਆਉਂਦੇ ਚੜੇ ਹੁੰਦੇ ਆ। ਪੂਰਨ ਚੰਦ ਮਨਿੰਦ ਸੁਹਾਏ। ਤੇ ਇਸ ਤਰ੍ਹਾਂ ਜਿਹੜਾ ਵੈ ਪੁੰਨਿਆਂ ਦਾ ਚੰਦ ਉਹਨਾਂ ਸਾਰਿਆਂ ਵਿੱਚ ਸ਼ੋਭਾ ਪਾਉਂਦਾ ਹੈ। ਕਿਦਹਾਂ ਬਿਮਨ ਸੈਨਾ ਕੇ ਮਾਹੇ। ਜਿਵੇਂ ਜਿਹੜੀ ਵੈ ਸੈਨਾ ਹੋਵੇ, ਕੋਈ ਇਕੱਠੀ ਹੋਈ ਬਹੁਤ ਸੈਨਾ ਇਕੱਤਰ ਹੋਈ ਸੈਨਾ ਦੇ ਵਿੱਚ ਮਹਿ ਪਾਲਕ ਆਇਆ ਚਿਤ ਚਾਹੇ। ਤੇ ਉਹਨਾਂ ਦੀ ਚਿੱਤ ਦੀ ਚਾਹੇ ਇੱਛਾ ਹੋਵੇ ਵੀ ਰਾਜਾ ਸਾਡੇ ਪਾਸ ਖੜੇ ਆ ਕੇ ਭਾਵ ਉਦਾਸ ਹੋਈ ਸੈਨਾ ਦੇ ਪਾਸ ਕਿਤੇ ਚਾਣਚੱਕ ਰਾਜਾ ਆ ਜਾਵੇ। ਸਭਨ ਖਰੇ ਹੋਏ ਬੰਧਨ ਕੀਨ। ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੇਖ ਕੇ ਸਾਰੇ ਖੁਸ਼ ਹੋਏ ਐ। ਖੜੇ ਹੋ ਕੇ ਸਭ ਸੰਗਤਾਂ ਨੇ ਮੱਥੇ ਟੇਕੇ ਐ, ਬੰਦਨਾ ਕੀਤੀਆਂ ਹਨ। ਅਰਪ ਉਪਾਇ ਨ ਸਗਰੀ ਦੀਨ। ਤੇ ਜਿੰਨੀਆਂ ਉਪਾਇਨ ਕਹੀਏ ਵਸਤਾਂ ਸੰਗਤਾਂ ਲੈ ਕੇ ਆਈਆਂ ਸਨ, ਉਹ ਸਾਰੀਆਂ ਹੀ ਮਹਾਰਾਜ ਦੇ ਚਰਨੀ ਰੱਖ ਕੇ ਮੱਥੇ ਟੇਕ ਰਹੀਆਂ ਹਨ। ਕਰ ਦਰਸ਼ਨ ਔਰ ਹਰਖੇ ਸਬੈ। ਮਹਾਰਾਜ ਦੇ ਦਰਸ਼ਨ ਕਰ ਕੇ ਸਭ ਸੰਗਤਾਂ ਹਿਰਦੇ ਵਿੱਚ ਬਹੁਤ ਖੁਸ਼ ਹੋ ਰਹੀਆਂ ਹਨ। ਮਿਲਿਓ ਪ੍ਰਾਤ ਰਬ ਕਮਲਨ ਅਬੈ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਦਰਸ਼ਨ ਹੋ ਕੇ ਖਿਲ ਗਏ ਚਿਹਰੇ ਸਿੱਖਾਂ ਦੇ, ਜਿਵੇਂ ਮੁਰਝਾਏ ਕਮਲ ਨੂੰ